ਅਸੀਂ 3 ਬੰਦੇ ਉੱਥੇ ਸ਼ਾਂਤਮਈ ਢੰਗ ਨਾਲ ਆਪਣੇ ਹੱਕ ਦੀ ਆਵਾਜ਼ ਉਠਾਉਣ ਲਈ ਗਏ ਸੀ, ਆਪਣੇ ਕਿਸਾਨਾਂ ਦੀ ਆਵਾਜ਼ ਉਠਾਉਣ ਲਈ ਗਏ ਸੀ, ਪਰ ਸਾਨੂੰ ਉੱਥੇ ਜਬਰਨ ਗ੍ਰਿਫਤਾਰ ਕੀਤਾ ਗਿਆ। ਜੇ ਅਸੀਂ ਅੱਜ ਨਾ ਜਾਗੇ ਤਾਂ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਤੇ ਸਾਡੇ ਬੱਚੇ ਗੁਲਾਮ ਹੋਣਗੇ। ਬਹੁਤ ਸਾਰੇ ਡੇਰੇ ਇਹੋ ਜਿਹੇ ਆ ਜਿਨ੍ਹਾਂ ਦੇ ਬਹੁਤ ਸਾਰੇ ਫੋਲੋਅਰਸ ਨੇ, ਜਿਹੜੇ ਹਜੇ ਤੱਕ ਉੱਥੇ ਕਿਸਾਨਾਂ ਦੀ ਜਿਹੜੀ ਹੈਗਾ ਪਿੱਛੇ ਸਪੋਰਟ ਲਈ ਉਹਨਾਂ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਲੋਕਾਂ ਨਾਲ ਸਰਕਾਰ ਜ਼ੁਲਮ ਕਰ ਰਹੀ ਹੈ, ਧੱਕਾ ਕਰ ਰਹੀ ਹੈ, ਤੇ ਉਹਦੇ ਖਿਲਾਫ ਇਹਨਾਂ ਨੇ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ? ਇਹਨਾਂ ਨੂੰ ਜਗਾਉਣਾ ਚਾਹੁੰਦਾ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਆ ਕੇ ਇਸ ਅੰਦੋਲਨ ਦੇ ਵਿੱਚ ਆਪਣੇ ਫੋਲੋਅਰਸ ਨੂੰ ਪ੍ਰੇਰਿਤ ਕਰਨ, ਜਿਹੜੇ ਉਹ ਇਸ ਅੰਦੋਲਨ ਦਾ ਹਿੱਸਾ ਬਣ ਸਕਣ ਤੇ ਆਪ ਸਰਕਾਰਾਂ ਨਾਲ ਗੱਲ ਕਰਨ। ਤੇ ਸਾਡੀ ਜਿਹੜੀ ਆ ਉੱਥੇ ਪਬਲਿਕ ਬੈਠੀ ਹੈ, ਉਹ ਸ਼ੌਂਕ ਨੂੰ ਨਹੀਂ ਬੈਠੀ, ਕਿਉਂਕਿ ਚਾਹੇ ਉੱਥੇ ਸਾਨੂੰ ਸੋਨੇ ਦੀ ਥਾਲੀ 'ਚ ਰੋਟੀ ਮਿਲ ਜੇ, ਪਰ ਘਰ ਦਾ ਕੰਫਰਟ ਕੋਈ ਵੀ ਨਹੀਂ ਛੱਡਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਖੁਸ਼ੀ ਸਰਾਂ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਇਸ ਟਾਈਮ ਤੇ ਫਾਰਮਰ ਪ੍ਰੋਟੈਸਟ ਨੂੰ ਡੇ ਬਾਈ ਡੇ ਲੋਕ ਹੋਰ ਵੀ ਜ਼ਿਆਦਾ ਦੇ ਨਾਲ ਜੁੜ ਰਹੇ ਨੇ, ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰ ਰਹੇ ਨੇ ਤੇ ਡੇ ਬਾਈ ਡੇ ਫਾਰਮਰ ਪ੍ਰੋਟੈਸਟ ਹੋਰ ਵੀ ਜ਼ਿਆਦਾ ਤਿੱਖਾ ਹੁੰਦਾ ਨਜ਼ਰ ਆ ਰਿਹਾ ਤੇ ਤਿੱਖਾ ਹੋ ਵੀ ਰਿਹਾ। ਪਰ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਹਰ ਕੋਈ ਆਪਣੇ ਆਪਣੇ ਲੈਵਲ ਤੇ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰ ਰਿਹਾ ਹੈ। ਤੇ ਪਿੱਛੇ ਜੇ ਸ਼ਿਮਲਾ ਦੇ ਵਿੱਚ 3 ਨੌਜਵਾਨਾਂ ਦੇ ਵੱਲੋਂ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ, ਬਾਅਦ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਉੱਥੇ ਬੜੇ ਇੱਕ ਸ਼ਾਂਤਮਈ ਵੇ ਦੇ ਨਾਲ ਉਹ ਪ੍ਰੋਟੈਸਟ ਕਰ ਰਹੇ ਸੀ, ਕੋਈ ਉਹਨਾਂ ਦੇ ਵੱਲੋਂ ਰੌਲਾ ਰੱਪਾ ਨਹੀਂ ਸੀ ਪਾਇਆ ਜਾ ਰਿਹਾ, ਕੋਈ ਨਾਅਰੇਬਾਜ਼ੀ ਨਹੀਂ ਸੀ ਕੀਤੀ ਜਾ ਰਹੀ, ਬਟ ਸਟਿਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। ਹਾਲਾਂਕਿ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਵੀ ਉਹਨਾਂ 3 ਨੌਜਵਾਨਾਂ ਨੇ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰਨਾ ਕੰਟੀਨਿਊ ਰੱਖਿਆ। ਅਲੱਗ-ਅਲੱਗ ਜਗ੍ਹਾ ਤੇ ਗਏ, ਫਾਰਮਰ ਪ੍ਰੋਟੈਸਟ ਨੂੰ ਪੂਰਾ ਆਪਣਾ ਸਾਥ ਦਿੱਤਾ ਤੇ ਅੱਜ ਉਹਨਾਂ 3 ਨੌਜਵਾਨਾਂ ਦੇ ਵਿੱਚੋਂ ਮੇਰੇ ਨਾਲ ਨੇ ਹਰਪ੍ਰੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ, ਜੇਕਰ ਗੱਲ ਕਰੀਏ ਤੁਹਾਨੂੰ ਸ਼ਿਮਲਾ ਦੇ ਵਿੱਚ ਅਰੈਸਟ ਕੀਤਾ ਗਿਆ, ਉਸ ਤੋਂ ਬਾਅਦ ਉਹ ਮੁੱਦਾ ਜਿਹੜਾ ਕਾਫੀ ਗਰਮ ਹੋ ਗਿਆ ਸੀ। ਹਾਂਜੀ, ਜਿਹੜਾ ਮੈਂ ਦੇਸ਼ ਵਾਸੀਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਪੂਰੇ ਵਰਲਡ ਨੇ ਸਾਨੂੰ ਉਸ ਦਿਨ ਚੈਨਲਸ ਤੇ ਪੇਪਰ ਦੇ ਵਿੱਚ ਨਿਊਜ਼ 'ਚ ਦੇਖਿਆ ਹੋਣਾ, ਪਰ ਮੈਂ ਇਹ ਚੀਜ਼ ਕਲੀਅਰ ਕਰ ਦੇਣੀ ਚਾਹੁੰਦਾ ਕਿ ਅੱਜ ਮੈਂ ਜੋ ਗੱਲ ਕਰਨ ਲੱਗਾ ਉਹ ਥੋੜ੍ਹੀਆਂ ਕੜਵੀਆਂ ਗੱਲਾਂ ਹੈ। ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ। ਜੇ ਕੋਈ ਬਚੀ ਖੁਚੀ ਡੈਮੋਕ੍ਰੇਸੀ ਦੇ ਨਾਂ 'ਤੇ ਸਰਕਾਰਾਂ ਚੱਲ ਰਹੀਆਂ ਤਾਂ ਉਹ ਫੇਕ ਡੈਮੋਕ੍ਰੇਸੀ ਹੈ, ਕਿਉਂਕਿ ਅਸੀਂ 3 ਬੰਦੇ ਉੱਥੇ ਸ਼ਾਂਤਮਈ ਢੰਗ ਨਾਲ ਆਪਣੇ ਹੱਕ ਦੀ ਆਵਾਜ਼ ਉਠਾਉਣ ਲਈ ਗਏ ਸੀ, ਆਪਣੇ ਕਿਸਾਨਾਂ ਦੀ ਆਵਾਜ਼ ਉਠਾਉਣ ਲਈ ਗਏ ਸੀ, ਪਰ ਸਾਨੂੰ ਉੱਥੇ ਜਬਰਨ ਗ੍ਰਿਫਤਾਰ ਕੀਤਾ ਗਿਆ ਤੇ ਸਾਡੇ ਤੇ FIR ਕੀਤੀ ਗਈ, ਜੋ ਕਿ ਇੱਕ ਲੋਕਤੰਤਰ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ ਤੇ ਸਾਨੂੰ ਕਈ ਤਰੀਕਿਆਂ ਨਾਲ ਟੌਰਚਰ ਕੀਤਾ ਗਿਆ, ਜੋ ਦੇਸ਼ ਦੁਨੀਆ ਨੇ ਦੇਖਿਆ। ਮੈਂ ਦੇਸ਼ ਵਾਸੀਆਂ ਨੂੰ ਇਹ ਅੱਜ ਬੜੀ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ, ਜੇ ਅਸੀਂ ਅੱਜ ਨਾ ਜਾਗੇ ਤਾਂ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਤੇ ਸਾਡੇ ਬੱਚੇ ਗੁਲਾਮ ਹੋਣਗੇ। ਜੇ ਸਾਡੀਆਂ ਜ਼ਮੀਰਾਂ ਜਾਗਦੀਆਂ ਤਾਂ ਅੱਜ ਸਾਨੂੰ ਕਿਸਾਨਾਂ ਦੇ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਇਹ ਮਜ਼ਦੂਰਾਂ ਦਾ, ਇਹ ਜੌਬ ਵਾਲਿਆਂ ਦਾ ਤੇ ਬਿਜ਼ਨਸਮੈਨ ਦਾ ਅੰਦੋਲਨ ਹੈ, ਜਿਹਦੇ ਵਿੱਚ ਸਾਰੇ ਵਰਗ ਪਹੁੰਚੇ ਹੋਏ ਨੇ, ਸਭ ਧਰਮਾਂ ਦੇ ਤੇ ਸਭ ਸਟੇਟਸ ਦੇ ਲੋਕ ਪਹੁੰਚੇ ਹੋਏ ਨੇ। ਤੇ ਮੈਂ ਗ੍ਰਿਫਤਾਰੀ ਤੇ ਫਿਰ ਮੈਂ ਤੁਹਾਨੂੰ ਅਗੇਨ ਕਹਿਣਾ ਕਿ ਸਾਡੇ ਦੇਸ਼ ਵਿੱਚ ਹੱਕ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰਾਂ ਹਰੇਕ ਤਰੀਕੇ ਦੇ ਹੱਥ ਕੰਡੇ ਬਣਾਉਂਦੀਆਂ। ਜਿਵੇਂ ਤੁਸੀਂ ਲੇਟੈਸਟ ਦੇਖਿਆ ਹੋਣਾ, ਬੰਬੇ ਦੇ ਵਿੱਚ ਤਾਪਸੀ ਪੰਨੂ ਜਿਹੜੀ ਐਕਟਰੈਸ ਹੈ, ਜਿਹੜਾ ਅਨੁਰਾਗ ਉੱਥੇ ਡਾਇਰੈਕਟਰ ਹੈ, ਮਨੀਸ਼ ਬਹਿਲ, ਉਹਨਾਂ 'ਤੇ ਵੀ ED ਦੇ ਜਿਹੜੇ ਇਨਕਮ ਟੈਕਸ ਦੀਆਂ ਰੇਟਸ ਹੋ ਰਹੀਆਂ ਨੇ। ਤਾਂ ਤੁਸੀਂ ਖੁਦ ਦੱਸੋ ਕਿ ਸਾਡੀ ਜਿਹੜੀ ਡੈਮੋਕ੍ਰੇਸੀ ਉਹ ਕਿਸ ਰਸਤੇ ਵੱਲ ਜਾ ਰਹੀ ਹੈ। ਜੀ ਬਿਲਕੁਲ, ਤੁਸੀਂ ਬਾਲੀਵੁੱਡ ਦੀ ਗੱਲ ਕੀਤੀ, ਇਹ ਬੜੀ ਇੱਕ ਅਲੱਗ ਚੀਜ਼ ਨਜ਼ਰ ਆਈ ਇਸ ਵਾਰ ਬਾਲੀਵੁੱਡ ਇੰਡਸਟਰੀ ਦੇ ਵਿੱਚੋਂ। ਤਾਂ ਲੋਕ ਜ਼ਿਆਦਾ ਖੁੱਲ੍ਹ ਕੇ ਨਹੀਂ ਬੋਲਦੇ, ਪਰ ਫਿਰ ਵੀ ਬਹੁਤ ਸਾਰੀ ਐਕਟ੍ਰੈਸਿਸ ਨੇ, ਬਹੁਤ ਸਾਰੇ ਡਾਇਰੈਕਟਰਸ ਨੇ, ਐਕਟਰਸ ਨੇ ਖੁੱਲ੍ਹ ਕੇ ਅੱਗੇ ਆ ਕੇ ਜਿਹੜਾ ਫਾਰਮਰ ਪ੍ਰੋਟੈਸਟ ਨੂੰ ਪੂਰਾ ਸਪੋਰਟ ਕੀਤਾ। ਹਾਲਾਂਕਿ ਉਸ ਤੋਂ ਬਾਅਦ ਕਾਫੀ ਕੁਝ ਚੀਜ਼ਾਂ ਨੇ ਫੇਸ ਵੀ ਕਰਨੀਆਂ ਪੈ ਰਹੀਆਂ ਨੇ। ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਚੀਜ਼ਾਂ ਨੇ ਇੱਕ ਪਲੈਨਿੰਗ ਦੇ ਕਰਕੇ ਹੋ ਰਹੀਆਂ ਨੇ ਕਿ ਜੇਕਰ ਕੋਈ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰੇਗਾ ਤਾਂ ਉਸਨੂੰ ਕਿਤੇ ਨਾ ਕਿਤੇ ਜਿਹੜਾ ਆ ਕਾਫੀ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੰਡਸਟਰੀ ਦੇ ਵਿੱਚ। ਬਟ ਫਿਰ ਵੀ ਬੜੀ ਹਿੰਮਤ ਵਾਲੀ ਗੱਲ ਹੈ ਕਿ ਲੋਕ ਜਿਹੜੇ ਖੁੱਲ੍ਹ ਕੇ ਬਾਹਰ ਆ ਰਹੇ ਨੇ, ਇੱਕ ਅਲੱਗ ਜਿਹੜੀ ਚੀਜ਼ਾਂ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਬਾਲੀਵੁੱਡ ਇੰਡਸਟਰੀ ਤਾਂ ਖੜੀ ਹੀ ਸੀ, ਬਟ ਬਾਲੀਵੁੱਡ ਇੰਡਸਟਰੀ ਦੇ ਵੱਲੋਂ ਵੀ ਇੱਕ ਵਧੀਆ ਰਿਸਪੌਂਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਪਰ ਜੇਕਰ ਗੱਲ ਕਰੀਏ ਅਸੀਂ ਹਰਪ੍ਰੀਤ ਜੀ ਫਾਰਮਰ ਪ੍ਰੋਟੈਸਟ ਦੀ, ਤਾਂ ਇਸ ਟਾਈਮ ਤੇ ਸਾਡੇ ਦੇਸ਼ ਦੇ ਵਿੱਚ ਨਾ ਬਹੁਤ ਧਰਮਾਂ ਦੇ ਲੋਕ ਨੇ, ਬਹੁਤ ਜ਼ਿਆਦਾ ਧਰਮਾਂ ਨੂੰ ਮੰਨਦੇ ਨੇ, ਹਰ ਇੱਕ ਦੇ ਆਪਣੇ ਜਿਹੜੇ ਆ ਅਲੱਗ-ਅਲੱਗ ਚੀਜ਼ਾਂ ਨੇ, ਜਿੱਥੇ ਕਿ ਅਲੱਗ-ਅਲੱਗ ਜਗ੍ਹਾ ਤੇ ਲੋਕ ਜਿਹੜੇ ਨੇ ਹਰ ਚੀਜ਼ ਨੂੰ ਮੰਨਦੇ ਨੇ ਤੇ ਉਹਨਾਂ ਚੀਜ਼ਾਂ ਦੀ ਹਰ ਕੋਈ ਦੂਜਾ ਰਿਸਪੈਕਟ ਵੀ ਕਰਦਾ ਹੈ। ਬਹੁਤ ਸਾਰੇ ਡੇਰੇ ਨੇ ਪੰਜਾਬ ਦੇ ਵਿੱਚ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਟਾਈਮ ਤੇ ਇਹਨਾਂ ਲੋਕਾਂ ਨੂੰ ਅੱਗੇ ਆ ਕੇ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰਨਾ ਚਾਹੀਦਾ ਸੀ? ਤੁਸੀਂ ਆਪਣੇ ਵੱਲੋਂ ਕੁਝ ਪਲੈਨਿੰਗ ਕਰ ਰਹੇ ਹੋ, ਉਹ ਪਲੈਨਿੰਗ ਤੁਹਾਡੀ ਕੀ ਚੱਲ ਰਹੀ ਹੈ?
ਦੇਖੋ ਜੀ, ਮੈਂ ਤਾਂ ਸਿਰਫ ਤੋਂ ਸਿਰਫ ਆਪਣੀ ਬੁੱਧੀ ਅਨੁਸਾਰ ਲੋਕਾਂ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕਰ ਰਿਹਾ। ਜਿਵੇਂ ਕਿ ਤੁਸੀਂ ਗੱਲ ਕੀਤੀ, ਸਾਡਾ ਇੱਕ ਧਾਰਮਿਕ ਦੇਸ਼ ਹੈ, ਜਿਹੜਾ ਗੁਰੂਆਂ ਪੀਰਾਂ ਦੀ ਇਹ ਸਾਡਾ ਦੇਸ਼, ਜਿਹੜੀ ਪੂਰੀ ਧਰਤੀ ਹੈ। ਇਹਦੇ ਵਿੱਚ ਜਿਹੜੇ ਸਾਡੇ ਡੇਰੇ ਹੈ, ਕਿਉਂਕਿ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ, ਉਹਨਾਂ ਦੇ ਲੰਗਰ ਲੱਗੇ ਹੋਏ ਅਲੱਗ-ਅਲੱਗ ਤਰੀਕਿਆਂ ਨਾਲ, ਉਹ ਆਪਦੀ ਸਮਰੱਥਾ ਦੇ ਅਨੁਸਾਰ ਉੱਥੇ ਆਪਦਾ ਯੋਗਦਾਨ ਪਾ ਰਹੇ ਹੈ। ਪਰ ਬਹੁਤ ਸਾਰੇ ਡੇਰੇ ਇਹੋ ਜਿਹੇ ਆ ਜਿਨ੍ਹਾਂ ਦੇ ਬਹੁਤ ਸਾਰੇ ਫੋਲੋਅਰਸ ਨੇ, ਜਿਹੜੇ ਹਜੇ ਤੱਕ ਉੱਥੇ ਕਿਸਾਨਾਂ ਦੀ ਜਿਹੜੀ ਹੈਗਾ ਪਿੱਛੇ ਸਪੋਰਟ ਲਈ ਉਹਨਾਂ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਅਤੇ ਮੇਰਾ ਇੱਕ ਸੋਚਿਆ ਸਮਝਿਆ ਪਲਾਨ ਹੈ ਕਿ ਮੈਂ ਇਹਨਾਂ ਡੇਰੇ ਵਾਲਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਅਸੀਂ ਬੀਇੰਗ ਮੈਂ ਸਿੱਖ ਸਭ ਧਰਮਾਂ ਦਾ ਸਤਿਕਾਰ ਕਰਦਾ ਅਤੇ ਸਭ ਧਰਮਾਂ ਦੇ ਵਿੱਚ ਮੇਰੀ ਆਸਥਾ ਹੈ, ਅਤੇ ਅਸੀਂ ਕਿਸੇ ਨੂੰ ਅਸੀਂ ਟਾਰਗੇਟ ਨਹੀਂ ਕਰਨਾ ਚਾਹੁੰਦੇ। ਪਰ ਅਸੀਂ ਦੁਨੀਆ ਨੂੰ ਸੱਚਾਈ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਗੁਰੂ ਅੱਜ ਸਾਨੂੰ ਅਧਿਆਤਮਕ ਦਾ ਪਾਠ ਪੜ੍ਹਾਉਂਦੇ ਹੈ, ਜਿਹੜੇ ਸਾਨੂੰ ਅਨਿਆਂ ਦੇ ਖਿਲਾਫ ਲੜਨਾ ਸਿਖਾਉਂਦੇ ਹੈ, ਉਹ ਅੱਜ ਸਾਡੇ ਦੇਸ਼ ਦੇ ਗਰੀਬ ਲੋਕਾਂ ਨਾਲ ਸਰਕਾਰ ਜ਼ੁਲਮ ਕਰ ਰਹੀ ਹੈ, ਧੱਕਾ ਕਰ ਰਹੀ ਹੈ, ਅਤੇ ਉਹਦੇ ਖਿਲਾਫ ਇਹਨਾਂ ਨੇ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ। ਇਹ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਦੇਸ਼ ਦੁਨੀਆ ਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉੱਥੇ ਸਾਡੇ ਕਿੰਨੇ ਕਿਸਾਨ ਸ਼ਹੀਦ ਹੋ ਚੁੱਕੇ ਹੈ, ਰੋਜ਼ ਮਰ ਰਹੇ ਹੈ, ਅਤੇ ਕੀ ਉਹਨਾਂ ਤੱਕ ਇਹ ਖਬਰਾਂ ਨਹੀਂ ਪਹੁੰਚ ਰਹੀਆਂ। ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਮਾਜ ਦੇ ਵਿੱਚ ਕਿ ਜਿਹੜੇ ਕਿਸਾਨ ਨੇ ਉਹ ਮਰ ਰਹੇ ਨੇ, ਅਤੇ ਪਰ ਇਹ ਚੁੱਪਚਾਪ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ। ਮੈਂ ਇਹਨਾਂ ਨੂੰ ਜਗਾਉਣਾ ਚਾਹੁੰਦਾ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਆ ਕੇ ਇਸ ਅੰਦੋਲਨ ਦੇ ਵਿੱਚ ਆਪਣੇ ਫੋਲੋਅਰਸ ਨੂੰ ਪ੍ਰੇਰਿਤ ਕਰਨ, ਜਿਹੜੇ ਉਹ ਇਸ ਅੰਦੋਲਨ ਦਾ ਹਿੱਸਾ ਬਣ ਸਕਣ ਅਤੇ ਆਪ ਸਰਕਾਰਾਂ ਨਾਲ ਗੱਲ ਕਰਨ। ਕਿਉਂਕਿ ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਧਾਰਮਿਕ ਡੇਰੇ ਹੈ, ਇਹਨਾਂ ਦਾ ਬਹੁਤ ਸਰਕਾਰਾਂ ਨਾਲ ਰਿਲੇਸ਼ਨ ਹੁੰਦੇ ਹੈ, ਬਹੁਤ ਚੰਗੀ ਤਰ੍ਹਾਂ ਦੇ ਰਿਲੇਸ਼ਨ ਹੈ। ਇਹਨਾਂ ਦੀ ਗੱਲ ਕਹੀ ਹੋਈ ਸਰਕਾਰਾਂ ਜ਼ਰੂਰ ਸੁਣਨਗੀਆਂ। ਅਤੇ ਜੇਕਰ ਇਹ ਅੱਜ ਮਤਲਬ ਅਜੇ ਤੱਕ 6 ਮਹੀਨੇ ਹੋ ਚੁੱਕੇ ਹੈ, ਇਹ ਮੈਂ ਗੱਲ ਪਹਿਲਾਂ ਵੀ ਕਹਿ ਸਕਦਾ ਸੀ, ਇਹ 6 ਮਹੀਨੇ ਬਾਅਦ ਕਿਉਂ ਕਹੀ ਗਈ, ਕਿਉਂਕਿ ਅਸੀਂ ਇਹਨਾਂ ਦੀ ਉਡੀਕ ਕਰ ਰਹੇ ਸੀ ਕਿ ਇਹ ਆ ਕੇ ਇਸ ਅੰਦੋਲਨ ਦੇ ਵਿੱਚ ਆਪਣਾ ਪਾਰਟ ਬਣਨਗੇ ਅਤੇ ਇਸ ਅੰਦੋਲਨ ਨੂੰ ਸਾਡੀ ਮਦਦ ਕਰਨਗੇ। ਕਿਉਂਕਿ ਜਿਹੜੇ 3 ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਪਾਸ ਕੀਤੇ ਗਏ ਧੱਕੇ ਨਾਲ ਕਾਰਪੋਰੇਟਸ ਨੂੰ ਫਾਇਦਾ ਕਰਨ ਲਈ, ਉਹ ਅਸੀਂ ਨਹੀਂ ਚਾਹੁੰਦੇ, ਅਸੀਂ ਟੋਟਲੀ ਰੱਦ ਚਾਹੁੰਦੇ ਹਾਂ। ਅਤੇ ਇਹਦੇ ਵਿੱਚ ਇਹ ਸਾਡੀ ਬਹੁਤ ਵਧੀਆ ਤਰੀਕੇ ਨਾਲ ਮਦਦ ਕਰ ਸਕਦੇ ਹੈ। ਜਿਵੇਂ ਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ, ਸ਼੍ਰੀ ਜਿਹੜੇ ਰਵੀ ਸ਼ੰਕਰ ਜੀ ਨੇ, ਉਹਨਾਂ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚ ਇੱਕ ਮੀਡੀਏਟਰ ਦਾ ਕੰਮ ਕੀਤਾ। ਜੀ ਬਿਲਕੁਲ, ਬਟ ਉਹ ਚੀਜ਼ ਜਿਹੜੀ ਆ ਹੁਣ ਇਸ ਟਾਈਮ ਤੇ ਨਜ਼ਰ ਨਹੀਂ ਆ ਰਹੀ ਕਿਤੇ ਵੀ, ਫਾਰਮੋ ਪ੍ਰੋਟੈਸਟ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ, ਜੋ ਕਿ ਪਹਿਲਾਂ ਉਹਨਾਂ ਦੇ ਵੱਲੋਂ ਦੇਖਣ ਨੂੰ ਮਿਲੀ ਕਾਫੀ। ਹਾਂਜੀ, ਨਹੀਂ ਮਿਲ ਰਹੀ, ਤਾਂ ਹੀ ਅਸੀਂ ਇਸ ਤੁਹਾਡੇ ਰੂਬਰੂ ਹੋਏ ਹਾਂ। ਤੁਸੀਂ ਵੀ ਇਸ ਗੱਲ ਨੂੰ ਬਹੁਤ ਬਖੂਬੀ ਬਿਆਨ ਕੀਤਾ ਕਿ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਉਹ ਬੜੇ ਮਤਲਬ ਇਸ ਧਰਮਾਂ ਦੇ ਆਸਥਾ ਰੱਖਦੇ ਨੇ, ਅਤੇ ਇਹਨਾਂ ਤੋਂ ਉਮੀਦ ਵੀ ਰੱਖਦੇ ਨੇ ਕਿ ਅੱਗੇ ਆਉਣਗੇ ਅਤੇ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਮਦਦ ਕਰਨਗੇ, ਸਰਕਾਰ ਨੂੰ ਸਮਝਾਉਣਗੇ ਕਿ ਜੇ ਕਿਸਾਨ ਇਹ 3 ਕਾਲੇ ਕਾਨੂੰਨ ਨਹੀਂ ਚਾਹੁੰਦਾ ਤਾਂ ਸਰਕਾਰ ਨੂੰ ਰਿਪੀਲ ਕਰ ਲੈਣੇ ਚਾਹੀਦੇ ਨੇ। ਇਹ ਜਿਹੜੀਆਂ ਸਾਡੀਆਂ ਉੱਥੇ ਰੋਜ਼ ਸ਼ਹਾਦਤਾਂ ਹੋ ਰਹੀਆਂ ਨੇ, ਕਿਉਂਕਿ ਲੋਕ ਕਈ ਨੈਸ਼ਨਲ ਚੈਨਲਸ 'ਤੇ ਕੁਛ ਜਿਹੜੀਆਂ ਸਰਕਾਰਾਂ ਦੀ ਜਿਹੜੀ ਮਸ਼ੀਨਰੀ ਹੈ, ਉਸ ਗੱਲ 'ਤੇ ਕਿਸਾਨਾਂ ਨੂੰ ਬਦਨਾਮ ਕਰਨ ਲੱਗੀ ਹੋਈ ਹੈ ਕਿ ਇਹ ਗੁੰਮਰਾਹ ਹੋਏ ਨੇ ਜੀ, ਇਹਨਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਕਿਉਂਕਿ ਕਿਸਾਨ ਨਾ ਤਾਂ ਗੁੰਮਰਾਹ ਹੈ ਅਤੇ ਨਾ ਹੀ ਉਹ ਅਨਪੜ੍ਹ ਹੈ ਅੱਜ ਦਾ ਕਿਸਾਨ, ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਅਤੇ ਸੋ ਸਾਰੀ ਵਰਲਡ ਦੇ ਸਾਹਮਣੇ ਹੈ ਸਾਡਾ ਅੰਦੋਲਨ, ਅਤੇ ਅਸੀਂ ਇਹਨਾਂ ਨੂੰ ਰਿਪੀਲ ਚਾਹੁੰਦੇ ਹਾਂ। ਅਤੇ ਸਾਡੇ ਵਿੱਚ ਇਹ ਅਦਾਰੇ ਨੇ ਬਹੁਤ ਅਹਿਮ ਭੂਮਿਕਾ ਨਿਭਾ ਸਕਦੇ ਨੇ, ਅਤੇ ਜਿਹੜੀ ਅਸੀਂ ਇਹਨਾਂ ਤੋਂ ਐਕਸਪੈਕਟ ਕਰਦੇ ਹਾਂ, ਅਤੇ ਜਿਹੜਾ ਇਹਨਾਂ ਨੂੰ ਆਉਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਜਿਹੜਾ ਨੁਕਸਾਨ ਹੈ ਸਾਡੇ ਦੇਸ਼ ਦਾ ਬਹੁਤ ਹੋ ਰਿਹਾ। ਅਤੇ ਸਾਡੀ ਜਿਹੜੀ ਆ ਉੱਥੇ ਪਬਲਿਕ ਬੈਠੀ ਹੈ, ਉਹ ਸ਼ੌਂਕ ਨੂੰ ਨਹੀਂ ਬੈਠੀ, ਕਿਉਂਕਿ ਚਾਹੇ ਉੱਥੇ ਸਾਨੂੰ ਸੋਨੇ ਦੀ ਥਾਲੀ 'ਚ ਰੋਟੀ ਮਿਲ ਜੇ, ਪਰ ਘਰ ਦਾ ਕੰਫਰਟ ਕੋਈ ਵੀ ਨਹੀਂ ਛੱਡਣਾ ਚਾਹੁੰਦਾ। ਪਰ ਸਾਨੂੰ ਗੁਰੂਆਂ ਵੱਲੋਂ ਜਿਹੜੀਆਂ ਸਿੱਖਿਆਵਾਂ ਜਾਂ ਸਾਡਾ ਇਤਿਹਾਸ ਐਸਾ ਹੈ ਕਿ ਅਸੀਂ ਅਨਿਆਂ ਦੇ ਖਿਲਾਫ ਖੜ੍ਹਦੇ ਹਾਂ, ਅਤੇ ਚਾਹੇ ਅਸੀਂ ਮਰ ਜਾਈਏ, ਅਤੇ ਅਸੀਂ ਤਾਂ ਉੱਥੇ ਖੁਸ਼ੀ ਬੈਠੇ ਹਾਂ। ਇਹ ਨਾ ਸੋਚਿਓ ਕਿ ਉੱਥੇ ਅਸੀਂ ਖੁਸ਼ੀ ਨਾਲ ਬੈਠੇ ਹਾਂ। ਬਿਲਕੁਲ, ਜਿਹੜੇ ਲੋਕ ਨੇ ਉੱਥੇ ਡਟੇ ਹੋਏ ਨੇ ਅਜੇ ਵੀ। ਪਹਿਲਾਂ ਇੰਨੀ ਠੰਡ ਸੀ, ਠੰਡ ਦੇ ਵਿੱਚ ਲੋਕਾਂ ਨੇ ਪੂਰੀ ਠੰਡ ਸੜਕਾਂ ਦੇ ਉੱਪਰ ਕੱਢੀ ਹੈ। ਹੁਣ ਅੱਗੇ ਗਰਮੀ ਆ ਰਹੀ ਹੈ, ਗਰਮੀ ਵਿੱਚ ਜਿਹੜੀ ਉੱਥੇ ਡਟੇ ਹੋਏ ਨੇ ਕਿ ਅਸੀਂ ਖੜੇ ਰਵਾਂਗੇ। ਅਤੇ ਜੇਕਰ ਫਸਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਲੇਡੀਜ਼ ਵੱਲੋਂ ਚੀਜ਼ ਸਾਫ਼ ਕਹਿ ਦਿੱਤੀ ਗਈ ਹੈ ਕਿ ਜੇਕਰ ਉਧਰੋਂ ਉਹਨਾਂ ਦੇ ਭਾਈ ਇੱਧਰ ਆਣ ਕੇ ਫਸਲਾਂ ਦੀ ਕਟਾਈ ਕਰਦੇ ਨੇ, ਇੱਧਰ ਆਣ ਕੇ ਆਪਣੀ ਫਸਲਾਂ ਦੀ ਸਾਂਭ ਸੰਭਾਲ ਕਰਨਗੇ, ਤਾਂ ਅਸੀਂ ਉੱਥੇ ਪਹੁੰਚ ਕੇ ਮੋਰਚਾ ਪੂਰਾ ਸਾਂਭਾਂਗੇ। ਪਰ ਜਿਹੜਾ ਅੰਦੋਲਨ ਆ ਉਹ ਖਤਮ ਨਹੀਂ ਹੋਏਗਾ, ਅੰਦੋਲਨ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ, ਪੂਰਾ ਅਸੀਂ ਸਾਥ ਦੇਵਾਂਗੇ, ਚਾਹੇ ਠੰਡ ਹੈ ਚਾਹੇ ਗਰਮੀ ਆ। ਇੰਨੀ ਬਾਰਿਸ਼ ਹੋਈ, ਇੰਨਾ ਤੂਫਾਨ, ਸਭ ਕੁਝ ਆਉਂਦਾ ਰਿਹਾ, ਪਰ ਉੱਥੋਂ ਜਿਹੜੇ ਲੋਕ ਆ ਟਾਸੋ ਮਸ ਨਹੀਂ ਹੋਏ। ਜਿਹੜਾ ਅੰਦੋਲਨ ਆ ਦਿਨ ਪ੍ਰਤੀ ਦਿਨ ਤਿੱਖਾ ਹੀ ਹੋਇਆ ਅੱਗੇ ਤੋਂ। ਦੇਖੋ ਜੀ, ਮੈਂ ਇੱਕ ਦੇਸ਼ ਵਾਸੀਆਂ ਤੋਂ ਮੇਰਾ ਇੱਕ ਸਵਾਲ ਹੈ ਕਿ ਜਦੋਂ ਸਾਡੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਬਾਬਰ ਦੇ ਰਾਜ ਵਿੱਚ ਉਹਨਾਂ ਦੇ ਖਿਲਾਫ ਲੜੇ, ਤਾਂ ਉਹਨਾਂ ਦੀ ਲੜਾਈ ਕੀ ਸੀ? ਕਿ ਉਹ ਜ਼ਮੀਨ ਮੰਗਦੇ ਸੀ, ਪੈਸਾ ਮੰਗਦੇ ਸੀ, ਕੋਈ ਰੁਤਬਾ ਮੰਗਦੇ ਸੀ? ਨਹੀਂ, ਉਹ ਪਬਲਿਕ ਨਾਲ ਉਸ ਸਮੇਂ ਅਤਿਆਚਾਰ ਕਰ ਰਹੇ ਸੀ।
ਉਹ ਸਿਰਫ ਹਿੰਦੂਆਂ ਨੂੰ ਮੁਸਲਮਾਨ ਬਣਾ ਰਹੇ ਸੀ ਜਾਂ ਕਈ ਤਰ੍ਹਾਂ ਦੇ ਹੋਰ ਇਦਾਂ ਦੀਆਂ ਚੀਜ਼ਾਂ ਉਹ ਕਰ ਰਹੇ ਸੀ ਜਿਹੜੀਆਂ ਸਮਾਜ ਦੇ ਖਿਲਾਫ ਸੀਗੀਆਂ। ਤਾਂ ਗੁਰੂਆਂ ਨੇ ਆਵਾਜ਼ ਉਠਾਈ ਤੇ ਉਹਨਾਂ ਨੂੰ ਜੇਲ੍ਹ ਤੱਕ ਵੀ ਜਾਣਾ ਪਿਆ। 5ਵੀਂ ਪਾਤਸ਼ਾਹੀ ਉਹਨਾਂ ਨੇ ਵੀ ਇਹੀ ਕੰਮ ਕੀਤਾ। 11ਵੀਂ ਤੇ ਜਿਹੜੀ 9ਵੀਂ ਪਾਤਸ਼ਾਹੀ 10ਵੀਂ ਪਾਤਸ਼ਾਹੀ ਉਹਨਾਂ ਨੇ ਵੀ ਮੌਕੇ ਦੀਆਂ ਜਿਹੜੀਆਂ ਉਸ ਸਮੇਂ ਸ਼ਾਸਕ ਰਾਜੇ ਸੀਗੇ ਜਿਹੜੇ ਰੂਲ ਕਰ ਰਹੇ ਸੀ ਉਹਨਾਂ ਦੇ ਖਿਲਾਫ ਡਟ ਕੇ ਲੜੇ, ਅਨਿਆਂ ਦੇ ਖਿਲਾਫ ਲੜੇ। ਪਬਲਿਕ ਨੂੰ ਜੋ ਪਰੇਸ਼ਾਨੀ ਹੋ ਰਹੀ ਸੀ ਉਹਨਾਂ ਨੇ ਪਬਲਿਕ ਦਾ ਡਟ ਕੇ ਸਾਥ ਦਿੱਤਾ। ਤੇ ਹੁਣ ਦੇ ਵੀ ਧਰਮ ਗ੍ਰੰਥਾਂ ਦੇ ਅਨੁਸਾਰ ਜੋ ਉਹ ਲਿਖੇ ਹੋਏ ਨੇ ਅਸੀਂ ਉਹਨਾਂ ਨੂੰ ਸਿੱਖਿਆ ਲੈਂਦੇ ਹਾਂ। ਤੇ ਇਹਨਾਂ ਗੁਰੂਆਂ ਨੂੰ ਵੀ ਚਾਹੀਦਾ ਜਿਹੜੇ ਹੁਣ ਮੌਕਿਆਂ ਦੇ ਡੇਰਿਆਂ ਦੇ ਜਿਹੜੇ ਮੁਖੀ ਨੇ ਉਹ ਅੱਜ ਪਬਲਿਕ ਬਿਪਤਾ ਦੇ ਵਿੱਚ ਹੈ, ਪਰੇਸ਼ਾਨੀ ਦੇ ਵਿੱਚ ਹੈ, ਤੇ ਉਹਨਾਂ ਦਾ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਤੋਂ ਮੂਹਰੇ ਲੱਗ ਕੇ ਇਹ ਜਿਹੜਾ ਹੈਗਾ ਇਸ ਅੰਦੋਲਨ ਦਾ ਸਾਥ ਦੇਣ। ਜਿਹੜੀ ਤੁਸੀਂ ਬੀਬੀਆਂ ਦੀ ਗੱਲ ਕੀਤੀ ਹੈ, ਸਾਡੇ ਵਿੱਚ ਗੁਰੂਆਂ ਨੇ ਜਜ਼ਬਾ ਸਪਿਰਿਟ ਇਦਾਂ ਦਾ ਭਰਿਆ ਹੋਇਆ ਹੈ ਕਿ ਅਸੀਂ ਕੁਝ ਵੀ ਹੋ ਜੇ ਅਸੀਂ ਹਮੇਸ਼ਾ ਜਿਹੜੇ ਅਨਿਆਂ ਦੇ ਖਿਲਾਫ ਜਿਹੜੇ ਸਾਡੇ ਨਾਲ ਕੋਈ ਧੱਕਾ ਕਰਦਾ ਸੀ ਉਹਦੇ ਖਿਲਾਫ ਡਟ ਕੇ ਲੜਦੇ ਹਾਂ। ਕਿਵੇਂ ਜਿਵੇਂ ਦੇਸ਼ ਦੀ ਜਦੋਂ ਆਜ਼ਾਦੀ ਹੋਈ ਉਦੋਂ ਵੀ ਤੁਹਾਨੂੰ ਪਤਾ ਹੈ ਸਿੱਖਾਂ ਨੇ 90% ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਤੇ ਹੁਣ ਵੀ ਉਹੀ ਸਿਚੁਏਸ਼ਨ ਹੈ। ਜਿਹੜੀ ਸਰਕਾਰ ਹੈ ਇਹ ਡਿਕਟੇਟਰਸ਼ਿਪ ਹੈ, ਤਾਨਾਸ਼ਾਹ ਹੈ। ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਕੇ ਕਿ ਲਾਅ ਕਾਨੂੰਨ ਦੀ ਕੋਈ ਚੀਜ਼ ਨਹੀਂ ਰਹਿ ਗਈ ਸਾਡੇ ਦੇਸ਼ ਦੇ ਵਿੱਚ। ਪਰ ਅਸੀਂ ਇੱਥੋਂ ਭੱਜਾਂਗੇ ਨਹੀਂ, ਅਸੀਂ ਇਸ ਸਰਕਾਰ ਦਾ ਵਿਰੋਧ ਕਰਾਂਗੇ। ਲੋਕ ਸਾਡੇ ਨਾਲ ਨੇ ਤੇ ਅਸੀਂ ਇਹ ਅੰਦੋਲਨ ਵੀ ਜਿੱਤਾਂਗੇ ਤਾਂ ਸਰਕਾਰ ਨੂੰ ਸਬਕ ਸਿਖਾਵਾਂਗੇ ਕਿ ਡਿਵਾਈਡ ਐਂਡ ਰੂਲ ਦੀ ਜਿਹੜੀ ਇਹ ਪਾਲਿਸੀ ਸਾਡੇ ਨਾਲ ਅਪਣਾਉਂਦੇ ਨੇ। ਹੁਣ ਦੁਨੀਆ ਜਾਗ ਚੁੱਕੀ, ਅਸੀਂ ਧਰਮਾਂ ਦੇ ਨਾਂ ਤੇ ਲੜਾਂਗੇ ਨਹੀਂ। ਅਸੀਂ ਸਾਰਾ ਦੇਸ਼ ਇੱਕ ਯੂਨਾਈਟ ਹੈ ਤੇ ਦੁਨੀਆ ਵੀ ਸੁਣ ਲੇ ਕਿ ਜਦੋਂ ਅਸੀਂ ਧਰਮਾਂ ਦੇ ਨਾਂ ਤੇ ਲੜਨਾ ਬੰਦ ਕਰ ਦਿੱਤਾ ਇਹੋ ਜਿਹੀਆਂ ਗੰਦੀਆਂ ਸਰਕਾਰਾਂ ਸੈਂਟਰ 'ਚ ਆਉਣੀਆਂ ਬੰਦ ਹੋ ਜਾਣਗੀਆਂ ਤੇ ਜਿਹੜੇ ਇਹੋ ਜਿਹੇ ਕਾਨੂੰਨ ਇਹ ਪਾਸ ਕਰਦੀਆਂ ਨੇ ਕਾਰਪੋਰੇਟ ਨੂੰ ਫਾਇਦਾ ਕਰਨ ਲਈ ਇਹ ਵੀ ਜਿਹੜੇ ਨੇ ਬੰਦ ਹੋ ਜਾਣਗੇ। ਜੀ ਬਿਲਕੁਲ ਉਹੀ ਚੀਜ਼ ਹੈ ਕਿ ਜਿਹੜਾ ਅੰਦੋਲਨ ਆ ਉਹ ਡੇ ਬਾਈ ਡੇ ਹੋਰ ਵੀ ਤਿੱਖਾ ਹੋ ਰਿਹਾ ਹੈ। ਲੋਕ ਜਿਹੜੇ ਨੇ ਚੀਜ਼ਾਂ ਨੂੰ ਸਮਝ ਗਏ ਨੇ ਕਿ ਐਕਚੁਅਲ ਦੇ ਵਿੱਚ ਕੀ ਚੀਜ਼ਾਂ ਹੋ ਰਹੀਆਂ ਨੇ ਤੇ ਕਿਵੇਂ ਨਾ ਚੀਜ਼ਾਂ ਨੂੰ ਹੈਂਡਲ ਕੀਤਾ ਜਾ ਸਕਦਾ ਹੈ। ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਬੜਾ ਜ਼ਰੂਰੀ ਹੈ ਤੇ ਇਸੇ ਕਰਕੇ ਲੋਕ ਜਿਹੜੇ ਨੇ ਆਪਣੇ ਆਪਣੇ ਲੈਵਲ ਤੇ ਜਿੰਨਾ ਜਿਹਦੇ ਕੋਲ ਜੋ ਚੀਜ਼ ਹੋ ਪਾ ਰਹੀ ਹੈ ਉਸ ਤਰੀਕੇ ਦੇ ਨਾਲ ਇਸ ਪ੍ਰੋਟੈਸਟ ਨੂੰ ਪੂਰਾ ਸਪੋਰਟ ਕਰ ਰਿਹਾ। ਅੰਦੋਲਨ ਦੇ ਨਾਲ ਹਰ ਕੋਈ ਜਿਹੜਾ ਇਸ ਟਾਈਮ ਤੇ ਖੜਿਆ ਹੋਇਆ। ਕੈਮਰਾਮੈਨ ਗੋਲਡੀ ਦੇ ਨਾਲ ਖੁਸ਼ੀ ਸਰਾਂ, ਮੋਹਾਲੀ।